10 ਗੁਰੂ ਸਾਹਿਬਾਨਾਂ ਦੇ ਜਨਮ ਸਥਾਨਾਂ ਦੇ ਦਰਸ਼ਨ ਇੱਕ ਪੇਪਰ ਦੀ ਮਦਦ ਨਾਲ ਤਿਆਰ ਕੀਤੇ ਮਾਡਲਾਂ ਦੇ ਰੂਪ ਵਿੱਚ ਦਿਖਾਉਣ ਜਾ ਰਹੇ ਹਾਂ। ਤਾਂ ਇਹ ਮਾਡਲ ਤਿਆਰ ਕੀਤੇ ਨੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਵੱਲੋਂ, ਜਿਨ੍ਹਾਂ ਨੇ ਕਿ ਇਹਨਾਂ ਮਾਡਲਾਂ ਨੂੰ ਤਿਆਰ ਕਰਨ ਤੋਂ ਬਾਅਦ ਕਈ ਵਰਲਡ ਰਿਕਾਰਡ ਵੀ ਆਪਣੇ ਨਾਮ ਕੀਤੇ ਹੋਏ ਨੇ। ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਦੇ ਅੱਗੇ ਇੰਟਰਨੈਸ਼ਨਲ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਕਦੋਂ ਤੋਂ ਲੱਗਾ? ਜਦੋਂ ਤੋਂ ਗੁਰੂ ਸਾਹਿਬ ਨੇ ਬਾਹਰ ਮੁਲਕਾਂ ਦੇ ਵਿੱਚ ਸਾਡੀ ਜਿਹੜੀ ਕਲਾ ਹੈ ਜਿਹੜੀ ਜਾਣ ਲੱਗੀ, ਤੇ ਆਪ ਵੀ ਉੱਥੇ ਬਾਹਰ ਮੁਲਕਾਂ ਦੇ ਵਿੱਚ ਜਦੋਂ ਜਾ ਕੇ ਕਲਾ ਦੀ ਪ੍ਰਦਰਸ਼ਨੀ ਧਾਰਮਿਕ ਸਥਾਨਾਂ ਦੇ ਮਾਡਲ ਜਦੋਂ ਸੰਗਤਾਂ ਦੇ ਸਾਹਮਣੇ ਲੈ ਕੇ ਗਏ, ਉਦੋਂ ਤੋਂ ਵਾਹਿਗੁਰੂ ਨੇ ਆਪੇ ਬਖਸ਼ਿਸ਼ ਕਰਤੀ ਕਿ ਇੰਟਰਨੈਸ਼ਨਲ ਨਾਮ ਲੱਗੀ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ, ਜਦੋਂ ਪਾਕਿਸਤਾਨ ਦੇ ਗੁਰਧਾਮਾਂ ਦੇ ਮਾਡਲ ਬਣਾਏ ਸੀ, ਉਹਨਾਂ 'ਚ ਸ੍ਰੀ ਨਨਕਾਣਾ ਸਾਹਿਬ ਜੀ, ਗੁਰੂ ਸਾਹਿਬ ਜੀ ਦੇ ਸ਼ੁਰੂਆਤ ਹੋ ਗਈ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਥਾਨ ਤੋਂ। ਉਸ ਤੋਂ ਬਾਅਦ ਜਿਵੇਂ ਜਿਵੇਂ ਗੁਰੂ ਸਾਹਿਬ ਨੇ ਸਬੱਬ ਬਖਸ਼ਿਆ, ਜਿੱਥੇ ਜਿੱਥੇ ਪਵਿੱਤਰ ਸਥਾਨਾਂ 'ਚ ਜਾ ਕੇ ਨਤਮਸਤਕ ਹੋ ਕੇ ਉੱਥੋਂ ਦੀ ਡਿਟੇਲ ਮਿਲਦੀ ਰਹੀ, ਉਸੇ ਤਰੀਕੇ ਨਾਲ ਬਣਾਉਂਦੇ ਰਹੇ। ਤੇ ਹੁਣ ਸਿੱਖ ਸੰਗਤਾਂ ਦੇ ਸਾਹਮਣੇ 10 ਪਾਤਸ਼ਾਹਾਂ ਦੇ ਜਨਮ ਸਥਾਨ ਤੇ 5 ਤਖ਼ਤ ਸਾਹਿਬਾਨਾਂ ਦੇ ਮਾਡਲ ਲੈ ਕੇ ਆਏ। ਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਜਿੱਥੇ ਬਹੁਤ ਵੱਡੇ ਪੱਧਰ 'ਤੇ ਸ਼ਲਾਘਾ ਮਿਲਦੀ ਹੈ, ਕਾਫੀ ਸਾਰੇ ਮੁਲਕਾਂ ਦੇ ਵਿੱਚ ਆਪਾਂ ਜੇ ਧਾਰਮਿਕ ਸਥਾਨਾਂ ਦੇ ਮਾਡਲ ਭੇਜ ਵੀ ਚੁੱਕੇ ਹਾਂ। ਕਿਸੇ ਬੁੱਕ ਦੇ ਵਿੱਚ, ਅੰਗਰੇਜ਼ ਦੀ ਬੁੱਕ ਦੇ ਵਿੱਚ ਕੋਈ ਬੜੀ ਪੁਰਾਤਨ ਮਿਲੀ ਮੈਨੂੰ, ਉਹਦੇ ਵਿੱਚ ਪੁਰਾਤਨ ਜਾਣਕਾਰੀਆਂ ਸ੍ਰੀ ਦਰਬਾਰ ਸਾਹਿਬ ਜੀ ਦੀਆਂ, ਕਿਉਂਕਿ ਉਸ ਵੇਲੇ ਪੁਰਾਤਨ ਸਮਿਆਂ ਦੇ ਵਿੱਚ ਉਹ ਇੱਥੇ ਆਏ ਹੋਣਗੇ, ਤੇ ਉਹ ਜਿਹੜੀਆਂ ਜਾਣਕਾਰੀਆਂ, ਤਸਵੀਰਾਂ, ਪੇਂਟਿੰਗਸ ਜਾਂ ਹੋਰ ਜਿਹੜੀਆਂ ਲਿਖਤ ਦੇ ਵਿੱਚ ਡਿਟੇਲਸ ਜੋ ਮੈਨੂੰ ਮਿਲੀਆਂ, ਉਹਨਾਂ ਨੂੰ ਆਧਾਰ ਬਣਾ ਕੇ ਤੇ ਹੋਰ ਕੁਝ ਪੁਸਤਕਾਂ ਨੂੰ ਸਰਚ ਕਰਕੇ ਤੇ ਮੈਂ ਇਹ ਮਾਡਲ ਤਿਆਰ ਕੀਤਾ। ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਦੁਨੀਆ ਦਾ ਪਹਿਲਾ ਇਹ ਮਾਡਲ ਬਣਨ ਦਾ ਇਹਨੂੰ ਮਾਣ ਪ੍ਰਾਪਤ ਹੋਇਆ। ਤੇ ਨਾਲ ਹੀ ਬੜੇ ਮਾਣ ਵਾਲੀ ਗੱਲ ਹੈ ਕਿ ਸਮੁੱਚੇ ਸਿੱਖ ਪੰਥ ਦੇ ਲਈ ਕਿ ਇਹ ਮਾਡਲ ਨੂੰ ਵਰਲਡ ਬੁੱਕ ਆਫ ਰਿਕਾਰਡ ਆਸਟ੍ਰੇਲੀਆ ਵੱਲੋਂ ਵੀ ਵਰਲਡ ਰਿਕਾਰਡ ਦੇ ਕੇ ਨਿਵਾਜਿਆ ਜਾ ਚੁੱਕਾ ਹੈ। ਸਿੱਖ ਕੌਮ ਹਮੇਸ਼ਾ ਅਰਦਾਸ ਵਿੱਚ ਵਿਛੜੇ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਅਰਦਾਸ ਕਰਦੀ ਦਿਖਾਈ ਦਿੰਦੀ ਹੈ, ਲੇਕਿਨ ਅੱਜ ਅਸੀਂ ਤੁਹਾਨੂੰ ਅਜਿਹੀ ਗੈਲਰੀ ਵਿੱਚ ਲੈ ਕੇ ਆਏ ਹਾਂ ਜਿੱਥੇ ਤੁਹਾਨੂੰ 10 ਗੁਰੂ ਸਾਹਿਬਾਨਾਂ ਦੇ ਜਨਮ ਸਥਾਨਾਂ ਦੇ ਦਰਸ਼ਨ ਇੱਕ ਪੇਪਰ ਦੀ ਮਦਦ ਨਾਲ ਤਿਆਰ ਕੀਤੇ ਮਾਡਲਾਂ ਦੇ ਰੂਪ ਵਿੱਚ ਦਿਖਾਉਣ ਜਾ ਰਹੇ ਹਾਂ। ਤਾਂ ਇਹ ਮਾਡਲ ਤਿਆਰ ਕੀਤੇ ਨੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਵੱਲੋਂ, ਜਿਨ੍ਹਾਂ ਨੇ ਕਿ ਇਹਨਾਂ ਮਾਡਲਾਂ ਨੂੰ ਤਿਆਰ ਕਰਨ ਤੋਂ ਬਾਅਦ ਕਈ ਵਰਲਡ ਰਿਕਾਰਡ ਵੀ ਆਪਣੇ ਨਾਮ ਕੀਤੇ ਹੋਏ ਨੇ। ਗੁਰਪ੍ਰੀਤ ਸਿੰਘ ਸਾਡੇ ਨਾਲ ਮੌਜੂਦ ਹੈ, ਗੱਲਬਾਤ ਕਰਦੇ ਹਾਂ। ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਦੇ ਅੱਗੇ ਇੰਟਰਨੈਸ਼ਨਲ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਕਦੋਂ ਤੋਂ ਲੱਗਾ? ਜਦੋਂ ਤੋਂ ਗੁਰੂ ਸਾਹਿਬ ਨੇ ਬਾਹਰ ਮੁਲਕਾਂ ਦੇ ਵਿੱਚ ਸਾਡੀ ਜਿਹੜੀ ਕਲਾ ਹੈ ਜਿਹੜੀ ਜਾਣ ਲੱਗੀ, ਤੇ ਆਪ ਵੀ ਉੱਥੇ ਬਾਹਰ ਮੁਲਕਾਂ ਦੇ ਵਿੱਚ ਜਦੋਂ ਜਾ ਕੇ ਕਲਾ ਦੀ ਪ੍ਰਦਰਸ਼ਨੀ ਧਾਰਮਿਕ ਸਥਾਨਾਂ ਦੇ ਮਾਡਲ ਜਦੋਂ ਸੰਗਤਾਂ ਦੇ ਸਾਹਮਣੇ ਲੈ ਕੇ ਗਏ, ਉਦੋਂ ਤੋਂ ਵਾਹਿਗੁਰੂ ਨੇ ਆਪੇ ਬਖਸ਼ਿਸ਼ ਕਰਤੀ ਕਿ ਇੰਟਰਨੈਸ਼ਨਲ ਨਾਮ ਲੱਗੀ। ਹਮੇਸ਼ਾ ਜਿਸ ਤਰ੍ਹਾਂ ਮੈਂ ਸ਼ੁਰੂਆਤ 'ਚ ਕਿਹਾ, ਸਿੱਖ ਕੌਮ ਵਿਛੜੇ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਅਰਦਾਸ ਬੇਨਤੀ ਕਰਦੀ, ਤਾਂ ਮੈਨੂੰ ਲੱਗਦਾ ਦੁਨੀਆ ਦੀ ਪਹਿਲੀ ਗੈਲਰੀ ਹੋਣੀ ਹੈ ਇੱਥੇ 10 ਗੁਰੂ ਸਾਹਿਬਾਨਾਂ ਦੇ ਜਨਮ ਸਥਾਨ, ਉਸ ਤੋਂ ਇਲਾਵਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ 400 ਸਾਲ ਪੁਰਾਣਾ ਮਾਡਲ, ਤੇ ਹੁਣ ਦੇ ਜੋ ਅਸੀਂ ਦੇਖਦੇ ਹਾਂ ਗੋਲਡਨ ਟੈਂਪਲ ਦੇ ਰੂਪ ਵਿੱਚ ਉਹ ਮਾਡਲ, ਉਸ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦਾ 1984 ਵਾਲਾ ਜਿਹੜਾ ਮਾਡਲ ਤਿਆਰ ਕੀਤਾ, ਤੇ ਹੁਣ ਵਾਲਾ ਵੀ ਮਾਡਲ ਤਿਆਰ ਕੀਤਾ। ਇਹ ਸਾਰਾ ਕਿੰਨਾ ਕੁ ਸਮਾਂ ਲੱਗਾ ਇਹ ਗੈਲਰੀ ਤਿਆਰ ਕਰਨ ਨੂੰ, ਤੇ ਕਿੱਦਾਂ ਇਹ ਸਾਰਾ ਕੁਝ ਕੀਤਾ? ਤੁਹਾਨੂੰ ਦੱਸਣਾ ਚਾਹੂੰਗਾ ਸ਼ੁਰੂਆਤ ਤੋਂ ਕਿ ਤਕਰੀਬਨ 22 ਸਾਲ ਤੋਂ ਮੈਂ ਇਹਨਾਂ ਜੋ ਕਾਰਜ ਆਰੰਭ ਕੀਤਾ ਸੀਗਾ ਪੇਪਰ ਆਰਟ ਦਾ, ਤੇ ਹੌਲੀ ਹੌਲੀ ਸ਼ੁਰੂਆਤ ਜਿਹੜੀ ਕੀਤੀ ਦੁਨੀਆ ਦੇ 7 ਅਜੂਬਿਆਂ ਦੇ ਮਾਡਲ ਬਣਾਉਣ ਤੋਂ ਕੀਤੀ, ਤੇ ਉਹ ਜਿਹੜਾ ਸਫ਼ਰ ਹੈ ਫਿਰ ਚੱਲਦਾ ਰਿਹਾ ਤੇ ਸੰਨ 2009-10 ਤੋਂ ਧਾਰਮਿਕ ਸਥਾਨਾਂ ਦੇ ਮਾਡਲ ਬਣਾਉਣ ਵੱਲ ਵੀ ਮੇਰਾ ਜਿਹੜਾ ਰੁਝਾਨ ਵਧਿਆ। ਤੇ ਸਭ ਤੋਂ ਪਹਿਲਾਂ ਮੈਂ ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ, ਸ੍ਰੀ ਪੰਜਾ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੇ ਮਾਡਲ ਬਣਾਏ, ਕਿਉਂਕਿ ਸਿੱਖ ਰੋਜ਼ ਅਰਦਾਸ ਕਰਦਾ ਹੈ ਕਿ ਸ੍ਰੀ ਪੰਜਾ ਸਾਹਿਬ, ਨਨਕਾਣਾ ਸਾਹਿਬ ਜੀ ਅਤੇ ਹੋਰ ਗੁਰਦੁਆਰਿਆਂ ਦੇ ਖੁੱਲ੍ਹੇ ਦਰਸ਼ਨਦਾਰੇ ਖਾਲਸਾ ਜੀ ਨੂੰ ਬਖਸ਼ੋ। ਤੇ ਮਾਡਲ ਦੇ ਰੂਪ ਦੇ ਵਿੱਚ ਇੱਕ ਸਿੱਖ ਇਤਿਹਾਸ ਨੂੰ ਵੱਧ ਤੋਂ ਵੱਧ ਸੰਗਤਾਂ ਦੇ ਸਾਹਮਣੇ ਲਿਆਉਣ ਦੇ ਲਈ ਤੇ ਮੈਂ ਯਤਨ ਕੀਤਾ ਕਿ ਇਹ ਮਾਡਲ ਤਿਆਰ ਕੀਤੇ। ਉਸ ਤੋਂ ਬਾਅਦ ਫਿਰ ਸ੍ਰੀ ਦਰਬਾਰ ਸਾਹਿਬ ਜੀ ਦਾ ਮਾਡਲ, 10 ਪਾਤਸ਼ਾਹੀਆਂ ਦੇ ਜਨਮ ਸਥਾਨਾਂ ਦੇ ਮਾਡਲ, 5 ਤਖ਼ਤ ਸਾਹਿਬਾਨਾਂ ਦੇ ਮਾਡਲ, ਉਸ ਤੋਂ ਇਲਾਵਾ ਪੁਰਾਤਨ ਦਿੱਖ ਵਾਲਾ ਸ੍ਰੀ ਦਰਬਾਰ ਸਾਹਿਬ ਜੀ ਦਾ ਮਾਡਲ, ਤੇ ਹੋਰ ਵੀ ਅਨੇਕਾਂ ਧਾਰਮਿਕ ਸਥਾਨਾਂ ਜਿਹੜੇ ਮਾਡਲ ਤਿਆਰ ਕਰਕੇ ਸਿੱਖ ਕੌਮ ਦੀ ਝੋਲੀ ਦੇ ਵਿੱਚ ਪਾਏ ਨੇ। ਜਦੋਂ ਇਹਨਾਂ ਮਾਡਲਾਂ ਨੂੰ ਤੁਸੀਂ ਤਿਆਰ ਕਰਦੇ ਸੀ ਤਾਂ ਫਿਰ ਕਿਸ ਤਰੀਕੇ ਦੇ ਉੱਥੇ ਇੰਤਜ਼ਾਮ ਕੀਤੇ ਜਾਂਦੇ, ਸੁੱਚਤਾ ਕਿਸ ਤਰੀਕੇ ਦੀ ਰੱਖੀ ਜਾਂਦੀ ਸੀ? ਬਿਲਕੁਲ ਜੀ, ਹਮੇਸ਼ਾ ਸੁਚਮ ਦੇ ਨਾਲ ਹੱਥਾਂ ਨੂੰ ਸੁੱਚੇ ਕਰਕੇ, ਸਿਰ ਢੱਕ ਕੇ, ਜੋੜਿਆਂ ਨੂੰ ਦੂਰ ਰੱਖ ਕੇ ਸਾਫ਼ ਸੁਥਰੀ ਥਾਂ ਦੇ ਉੱਤੇ ਇਸ ਤਰ੍ਹਾਂ ਦੇ ਮਾਡਲ ਤਿਆਰ ਕੀਤੇ ਜਾਂਦੇ ਨੇ, ਤਾਂ ਕਿ ਜਿਹੜੀ ਮਨ ਦੇ ਵਿੱਚ ਭਾਵਨਾ ਜਿਹੜੀ ਬਣੀ ਹੁੰਦੀ ਹੈ ਧਾਰਮਿਕ ਸਥਾਨਾਂ ਦੀ ਉਹ ਬਣੀ ਰਹੇ, ਤੇ ਜਿਹੜੀ ਸੁਚਮਤਾ ਵੀ ਕਾਇਮ ਰਹੇ।
ਤਾਂ ਫਿਰ ਲੜੀਵਾਰ ਤਿਆਰ ਕੀਤੇ ਕਿ ਪਹਿਲੇ ਪਾਤਸ਼ਾਹ ਜੀ ਦਾ ਪਹਿਲਾ ਜਨਮ ਸਥਾਨ ਦਾ ਤਿਆਰ ਕੀਤਾ, ਫਿਰ ਦੂਸਰੇ ਪਾਤਸ਼ਾਹ ਜੀ ਦਾ, ਜਾਂ ਜਿਸ ਤਰ੍ਹਾਂ ਦਿਮਾਗ 'ਤੇ ਜਾਂ ਜਿਸ ਤਰ੍ਹਾਂ ਉਹ ਜਨਮ ਸਥਾਨਾਂ ਦੇ ਤੁਹਾਨੂੰ ਨਕਸ਼ੇ ਮਿਲਦੇ ਗਏ ਉਸ ਤਰੀਕੇ ਨਾਲ ਹੀ ਕੀਤਾ। ਬਿਲਕੁਲ ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ, ਜਦੋਂ ਪਾਕਿਸਤਾਨ ਦੇ ਗੁਰਧਾਮਾਂ ਦੇ ਮਾਡਲ ਬਣਾਏ ਸੀ, ਉਹਨਾਂ 'ਚ ਸ੍ਰੀ ਨਨਕਾਣਾ ਸਾਹਿਬ ਜੀ, ਗੁਰੂ ਸਾਹਿਬ ਜੀ ਦੇ ਸ਼ੁਰੂਆਤ ਹੋ ਗਈ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਥਾਨ ਤੋਂ। ਉਸ ਤੋਂ ਬਾਅਦ ਜਿਵੇਂ ਜਿਵੇਂ ਗੁਰੂ ਸਾਹਿਬ ਨੇ ਸਬੱਬ ਬਖਸ਼ਿਆ, ਜਿੱਥੇ ਜਿੱਥੇ ਪਵਿੱਤਰ ਸਥਾਨਾਂ 'ਚ ਜਾ ਕੇ ਨਤਮਸਤਕ ਹੋ ਕੇ ਉੱਥੋਂ ਦੀ ਡਿਟੇਲ ਮਿਲਦੀ ਰਹੀ, ਉਸੇ ਤਰੀਕੇ ਨਾਲ ਬਣਾਉਂਦੇ ਰਹੇ। ਤੇ ਹੁਣ ਸਿੱਖ ਸੰਗਤਾਂ ਦੇ ਸਾਹਮਣੇ 10 ਪਾਤਸ਼ਾਹਾਂ ਦੇ ਜਨਮ ਸਥਾਨ ਤੇ 5 ਤਖ਼ਤ ਸਾਹਿਬਾਨਾਂ ਦੇ ਮਾਡਲ ਲੈ ਕੇ ਆਏ। ਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਜਿੱਥੇ ਬਹੁਤ ਵੱਡੇ ਪੱਧਰ 'ਤੇ ਸ਼ਲਾਘਾ ਮਿਲਦੀ ਹੈ, ਕਾਫੀ ਸਾਰੇ ਮੁਲਕਾਂ ਦੇ ਵਿੱਚ ਆਪਾਂ ਜੇ ਧਾਰਮਿਕ ਸਥਾਨਾਂ ਦੇ ਮਾਡਲ ਭੇਜ ਵੀ ਚੁੱਕੇ ਹਾਂ ਜੀ। ਇੱਕ ਮੈਂ ਦੇਖਿਆ ਸ਼੍ਰੀ ਅਕਾਲ ਤਖਤ ਸਾਹਿਬ ਦਾ ਤੁਸੀਂ ਮਾਡਲ ਤਿਆਰ ਕੀਤਾ, 1984 ਵਾਲਾ ਮਾਡਲ ਤਿਆਰ ਕੀਤਾ, ਜਿਸ ਦੇ ਨੂੰ ਢਹਿ ਢੇਰੀ ਕੀਤੇ ਰੂਪ ਤੁਹਾਡੇ ਵੱਲੋਂ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ। ਜਦੋਂ ਵੀ ਸਿੱਖ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਾ ਕੇ ਅਰਦਾਸ ਕਰਦਾ, 1984 ਦਾ ਦੌਰ ਚੇਤੇ ਕਰਦਾ ਤਾਂ ਅੱਖਾਂ ਭਰ ਆਉਂਦੀਆਂ। ਫਿਰ ਜਦੋਂ ਤੁਸੀਂ ਤਿਆਰ ਕੀਤਾ ਸੀ, ਕਿਸ ਤਰੀਕੇ ਦਾ ਮਾਹੌਲ ਰਿਹਾ, ਕੀ ਉਹ ਸਮਾਂ ਯਾਦ ਆਇਆ, ਜਾਂ ਜਿਸ ਕੋ ਵੀ ਤੁਸੀਂ ਸੁਣ ਕੇ ਇਹ ਚੀਜ਼ਾਂ ਤਿਆਰ ਕੀਤੀਆਂ ਉਹ ਕੀ ਦਿਮਾਗ 'ਚ ਆਈਆਂ? ਫਿਰ ਜੂਨ 1984 ਦਾ ਜੋ ਦਰਦ ਹੈ ਉਹਨੂੰ ਲਫ਼ਜ਼ਾਂ ਦੇ ਵਿੱਚ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਤੇ ਉਹ ਜਿਹੜਾ ਕਦੇ ਨਾ ਭੁੱਲਣਯੋਗ ਜੋ ਦਰਦ ਹੈਗਾ ਸਾਡੀ ਕੌਮ ਦਾ, ਕਿਉਂਕਿ ਨਾ ਸਾਨੂੰ ਅੱਜ ਤੱਕ ਉਹਦਾ ਇਨਸਾਫ ਮਿਲਿਆ ਉਸ ਭਾਣੇ ਦਾ। ਤੇ ਮੈਂ ਹਮੇਸ਼ਾ ਹੀ ਜਦੋਂ ਉਸ ਮਾਡਲ ਨੂੰ ਦੇਖਦਾ ਹਾਂ, ਨਿਹਾਰਦਾ ਹਾਂ, ਤੇ ਮੇਰੀਆਂ ਅੱਖਾਂ ਭਰ ਆਉਂਦੀਆਂ। ਤੇ ਜਦੋਂ ਮੈਂ ਬਣਾ ਰਿਹਾ ਸੀਗਾ ਤੇ ਉਹ ਢਹਿ ਢੇਰੀ ਹੋਈਆਂ, ਕਿਸ ਤਰ੍ਹਾਂ ਜ਼ਖਮੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਮੈਂ ਬਣਾ ਰਿਹਾ, ਤੇ ਮੇਰੀਆਂ ਅੱਖਾਂ ਵੀ ਨਮ ਹੋ ਜਾਂਦੀਆਂ ਤੇ ਹੱਥ ਕੰਬਣ ਡੈ ਪੈਂਦੇ ਸੀ, ਕਿਉਂਕਿ ਉਹ ਪਵਿੱਤਰ ਅਸਥਾਨ ਸੀ ਜਿੱਥੇ ਸਿੱਖ ਅਰਦਾਸ ਕਰਦਾ ਸੀ ਚੜ੍ਹਦੀ ਕਲਾ ਦੀ। ਪੂਰੀ ਸਿੱਖ ਕੌਮ ਨੂੰ ਜਿੱਥੋਂ ਹੁਕਮਨਾਮਾ ਸਾਹਿਬ ਜਾਰੀ ਹੁੰਦੇ ਸੀਗੇ, ਉਹ ਪਵਿੱਤਰ ਸਥਾਨ ਜਦੋਂ ਢਹਿ ਢੇਰੀ ਹੋ ਗਿਆ, ਛੋਟੇ ਛੋਟੇ ਮਾਸੂਮ ਬੱਚਿਆਂ ਦੀਆਂ, ਬੀਬੀਆਂ, ਬਜ਼ੁਰਗਾਂ ਦੀਆਂ, ਮਾਤਾਵਾਂ ਦੀਆਂ, ਇੱਥੇ ਨਿਰਦੋਸ਼ਾਂ ਦੀਆਂ ਜਾਨਾਂ ਗਈਆਂ। ਤੇ ਉਹ ਜਿਹੜਾ ਉਹਨਾਂ ਨੂੰ ਸਮਰਪਿਤ, ਸ਼ਹੀਦਾਂ ਨੂੰ, ਸਿੰਘਾਂ ਸਿੰਘਣੀਆਂ ਨੂੰ ਸਮਰਪਿਤ ਜਦੋਂ ਮੈਂ ਮਾਡਲ ਬਣਾਇਆ ਤੇ ਮੇਰੇ ਹੱਥ ਕੰਬ ਗਏ ਸੀ। ਤੇ ਅੱਜ ਵੀ ਮੈਂ ਉਹਨੂੰ ਦੇਖ ਕੇ ਭਾਵੁਕ ਹੋ ਜਾਂਦਾ। ਜੀ ਜੀ। ਤਾਂ ਉਸ ਤੋਂ ਇਲਾਵਾ ਇੱਕ ਹੋਰ ਅਸੀਂ ਮਾਡਲ ਦੇਖਿਆ, 400 ਸਾਲ ਪੁਰਾਣਾ ਸ਼੍ਰੀ ਦਰਬਾਰ ਸਾਹਿਬ ਦਾ ਮਾਡਲ ਹੈ। ਹੁਣ ਤਾਂ ਅਸੀਂ ਉਹਨੂੰ ਗੋਲਡਨ ਟੈਂਪਲ ਕਹਿ ਦਿੰਦੇ ਹਾਂ ਕਿ ਗੋਲਡ ਲੱਗਾ ਉੱਪਰ, ਉਦੋਂ ਗੋਲਡ ਨਹੀਂ ਸੀ ਲੱਗਾ। ਫਿਰ ਉਸ ਦੀ ਜਾਣਕਾਰੀ ਕਿਸ ਤਰੀਕੇ ਨਾਲ ਤੁਸੀਂ ਇਕੱਠੀ ਕੀਤੀ, ਕਿਉਂਕਿ ਪਰਿਕਰਮਾ ਦੇਖੀਆਂ ਉਹ ਵੀ ਕੱਚੀਆਂ ਪਰਿਕਰਮਾ ਤੁਹਾਡੇ ਵੱਲੋਂ ਉੱਥੇ ਬਣਾਈਆਂ ਗਈਆਂ। ਬੜੇ ਸਾਲਾਂ ਤੋਂ ਮਨ ਦੇ ਵਿੱਚ ਤਾਂਘ ਸੀਗੀ ਕਿ ਸ੍ਰੀ ਦਰਬਾਰ ਸਾਹਿਬ ਜੀ ਦਾ ਪੁਰਾਤਨ ਦਿੱਖ ਵਾਲਾ ਮਾਡਲ ਤਿਆਰ ਕੀਤਾ ਜਾਵੇ। ਤੇ ਪਿਛਲੇ ਕੁਝ ਸਾਲ ਪਹਿਲਾਂ ਮੇਰਾ ਕੈਨੇਡਾ ਜਾਣ ਦਾ ਸਬੱਬ ਬਣਿਆ। ਉੱਥੇ ਬਰੈਂਪਟਨ ਦੇ ਵਿੱਚ ਇੱਕ ਮਿਊਜ਼ੀਅਮ ਸੀਗਾ, ਤੇ ਉੱਥੇ ਜਦੋਂ ਮੈਂ ਵਿਜ਼ਿਟ ਕੀਤਾ ਤੇ ਕਿਸੇ ਬੁੱਕ ਦੇ ਵਿੱਚ, ਅੰਗਰੇਜ਼ ਦੀ ਬੁੱਕ ਦੇ ਵਿੱਚ ਕੋਈ ਬੜੀ ਪੁਰਾਤਨ ਮਿਲੀ ਮੈਨੂੰ, ਉਹਦੇ ਵਿੱਚ ਪੁਰਾਤਨ ਜਾਣਕਾਰੀਆਂ ਸ੍ਰੀ ਦਰਬਾਰ ਸਾਹਿਬ ਜੀ ਦੀਆਂ, ਕਿਉਂਕਿ ਉਸ ਵੇਲੇ ਪੁਰਾਤਨ ਸਮਿਆਂ ਦੇ ਵਿੱਚ ਉਹ ਇੱਥੇ ਆਏ ਹੋਣਗੇ। ਤੇ ਉਹ ਜਿਹੜੀਆਂ ਜਾਣਕਾਰੀਆਂ, ਤਸਵੀਰਾਂ, ਪੇਂਟਿੰਗਸ ਜਾਂ ਹੋਰ ਜਿਹੜੀਆਂ ਲਿਖਤ ਦੇ ਵਿੱਚ ਡਿਟੇਲਸ ਜੋ ਮੈਨੂੰ ਮਿਲੀਆਂ, ਉਹਨਾਂ ਨੂੰ ਆਧਾਰ ਬਣਾ ਕੇ ਤੇ ਹੋਰ ਕੁਝ ਪੁਸਤਕਾਂ ਨੂੰ ਸਰਚ ਕਰਕੇ ਤੇ ਮੈਂ ਇਹ ਮਾਡਲ ਤਿਆਰ ਕੀਤਾ। ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਦੁਨੀਆ ਦਾ ਪਹਿਲਾ ਇਹ ਮਾਡਲ ਬਣਨ ਦਾ ਇਹਨੂੰ ਮਾਣ ਪ੍ਰਾਪਤ ਹੋਇਆ। ਤੇ ਨਾਲ ਹੀ ਬੜੇ ਮਾਣ ਵਾਲੀ ਗੱਲ ਹੈ ਕਿ ਸਮੁੱਚੇ ਸਿੱਖ ਪੰਥ ਦੇ ਲਈ ਕਿ ਇਹ ਮਾਡਲ ਨੂੰ ਵਰਲਡ ਬੁੱਕ ਆਫ ਰਿਕਾਰਡ ਆਸਟ੍ਰੇਲੀਆ ਵੱਲੋਂ ਵੀ ਵਰਲਡ ਰਿਕਾਰਡ ਦੇ ਕੇ ਨਿਵਾਜਿਆ ਜਾ ਚੁੱਕਿਆ ਹੈ। ਜੀ ਜੀ। ਇੱਕ ਹੋਰ ਅਸੀਂ ਮਾਡਲ ਦੇਖ ਰਹੇ ਹਾਂ ਕਿ 9ਵੀਂ ਪਾਤਸ਼ਾਹੀ ਜੀ ਦਾ ਤੁਸੀਂ ਜਨਮ ਸਥਾਨ ਬਣਾਇਆ। ਅਗਰ ਉਸ ਇਲਾਕੇ 'ਚ ਅਸੀਂ ਚੱਲ ਜਾਈਏ ਤਾਂ ਕਾਫੀ ਭੀੜਾ ਇਲਾਕਾ ਹੈ, ਆਸੇ-ਪਾਸੇ ਤੋਂ ਪਤਾ ਕਰਨਾ, ਕਿਉਂਕਿ ਗੁਰਦੁਆਰਾ ਕਾਫੀ ਰਿਹਾਇਸ਼ੀ ਏਰੀਏ ਦੇ ਵਿੱਚ ਆ। ਤਾਂ ਫਿਰ ਉਸ ਗੁਰਦੁਆਰੇ ਦਾ ਮੈਪ ਕਿਸ ਤਰੀਕੇ ਨਾਲ ਤੁਹਾਨੂੰ ਪਤਾ ਲੱਗਾ, ਕਿੰਨਾ ਕੁ ਸਮਾਂ ਲੱਗਾ ਉਹ ਮਾਡਲ ਨੂੰ ਤਿਆਰ ਕਰਨ 'ਚ? ਬਿਲਕੁਲ ਜੀ, ਉਸ ਗੁਰਦੁਆਰਾ ਸਾਹਿਬ ਜੀ ਜੋ ਕਿ ਗੁਰੂ ਕੇ ਮਹਿਲ ਦੀ ਆਪ ਜੀ ਗੱਲ ਕਰ ਰਹੇ ਹੋ, ਤੇ ਉਹਦੀ ਡਿਟੇਲਿੰਗ ਲੈਣ ਲਈ ਮੈਨੂੰ ਬੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਆਸੇ-ਪਾਸੇ ਘਰਾਂ ਦੀਆਂ ਛੱਤਾਂ 'ਤੇ ਚੜ੍ਹ ਕੇ ਲੋਕਾਂ ਨਾਲ ਥੋੜ੍ਹਾ ਜਿਹਾ ਵਾਰਤਾਲਾਪ ਕਰਕੇ ਕਿ ਇਸ ਤਰ੍ਹਾਂ ਕਰਕੇ ਆਪਾਂ ਇਹ ਡਿਟੇਲ ਲੈਣਾ ਚਾਹੁੰਦੇ ਹਾਂ ਅਤੇ ਮਾਡਲ ਤਿਆਰ ਕਰਨਾ। ਅਤੇ ਸੰਗਤਾਂ ਵੱਲੋਂ ਵੀ ਸਹਿਯੋਗ ਮਿਲਿਆ। ਅਤੇ ਫਿਰ ਜਾ ਕੇ ਛੱਤਾਂ 'ਤੇ ਚੜ੍ਹ ਕੇ ਜਾਂ ਹੋਰ ਬਿਲਡਿੰਗਾਂ ਦੀਆਂ ਛੱਤਾਂ 'ਤੇ ਚੜ੍ਹ ਕੇ ਫਿਰ ਡਿਟੇਲ ਲਈ, ਅਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੂ ਬਹੂ ਤੁਸੀਂ ਦੇਖ ਪਾ ਰਹੇ ਹੋ ਕਿ ਸਾਰਾ ਜੋ ਮਾਡਲ ਆ ਉਸ ਤਰ੍ਹਾਂ ਤਿਆਰ ਹੋ ਜਾਂਦਾ। ਵੈਸੇ ਤਾਂ ਤੁਸੀਂ 10 ਗੁਰੂ ਸਾਹਿਬਾਨਾਂ ਦੇ ਜਨਮ ਸਥਾਨ, ਪੰਜ ਜਿਹੜੇ ਤਖਤ ਤੁਸੀਂ ਬਣਾਏ, ਸਭ ਤੋਂ ਜ਼ਿਆਦਾ ਮੁਸ਼ਕਿਲ ਕਿਹੜਾ ਮਾਡਲ ਤਿਆਰ ਕਰਨ 'ਚ ਆਈ, ਇਤਿਹਾਸ ਇਕੱਠਾ ਕਰਨ ਨੂੰ ਲੈ ਕੇ, ਕਿ ਉਸ ਦੀਆਂ ਇਤਿਹਾਸਿਕ ਚੀਜ਼ਾਂ ਪਤਾ ਕਰਨ 'ਚ ਮੁਸ਼ਕਿਲ ਆਈ ਹੋਵੇ? ਦੇਖੋ ਜੀ, ਜਦੋਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜੂਨ 1984 ਵਾਲਾ ਮਾਡਲ ਤਿਆਰ ਕਰਨਾ ਸੀ, ਉਹ ਇਤਿਹਾਸ ਦੀਆਂ ਜਾਣਕਾਰੀਆਂ ਮੈਨੂੰ ਮਿਲਣ 'ਚ ਕਾਫੀ ਦਿੱਕਤ ਆਈ ਸੀ ਸ਼ੁਰੂਆਤੀ, ਕਿਉਂਕਿ ਮੈਂ ਜਾਣਨਾ ਚਾਹੁੰਦਾ ਸੀ ਡਿਟੇਲ ਦੇ ਵਿੱਚ, ਕਿਉਂਕਿ ਜਿਸ ਵੇਲੇ ਇਹ ਭਾਣਾ ਵਾਪਰਿਆ ਅਸੀਂ ਛੋਟੇ ਸੀ ਉਦੋਂ। ਅਤੇ ਉਸ ਤੋਂ ਇਲਾਵਾ ਕਾਫੀ ਸਾਰੇ ਮਾਡਲ ਹੁੰਦੇ ਜਦੋਂ ਸਾਡੇ ਕੋਲ ਗੂਗਲ 'ਤੇ ਕੋਈ ਡਿਟੇਲ ਨਹੀਂ ਮਿਲਦੀ, ਜਾਂ ਪਾਕਿਸਤਾਨ ਦੇ ਗੁਰਦੁਆਰਾ ਸਾਹਿਬਾਨ ਨੇ ਕਈ, ਉਹਨਾਂ ਡਿਟੇਲਾਂ 'ਚ ਦਿੱਕਤ ਹੁੰਦੀ ਹੈ। ਪਰ ਗੁਰੂ ਸਾਹਿਬ ਜਦੋਂ ਅੰਗ ਸੰਗ ਸਹਾਈ ਹੁੰਦੇ ਤਾਂ ਸਾਰੇ ਕਾਰਜ ਰਾਸ ਹੋ ਜਾਂਦੇ, ਬਣ ਜਾਂਦੇ ਆ। ਜੀ ਜੀ।
ਇੰਨੀ ਇੱਕ ਗੈਲਰੀ ਦੇ ਵਿੱਚ ਤੁਸੀਂ ਸਾਰੇ ਗੁਰੂ ਸਾਹਿਬਾਨਾਂ ਦੇ ਜਨਮ ਅਸਥਾਨ ਪੰਜ ਤਖਤ ਸਾਹਿਬ ਤੁਸੀਂ ਰੱਖੇ ਹੋਏ ਆ। ਤਾਂ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਹੁਣ ਵੀ ਉਹਨਾਂ ਵੱਲੋਂ ਸਿੱਖੀ ਦੇ ਪ੍ਰਚਾਰ ਲਈ ਬਹੁਤ ਸਾਰਾ ਬਜਟ ਜਿਹੜਾ ਪਾਸ ਕੀਤਾ ਜਾਂਦਾ, ਸਿੱਖੀ ਦਾ ਪ੍ਰਚਾਰ ਲਈ ਗੱਲ ਕੀਤੀ ਜਾਂਦੀ। ਤਾਂ ਇੰਨਾ ਤੁਸੀਂ ਸਿੱਖੀ ਦਾ ਇਤਿਹਾਸ ਇਕੱਠਾ ਕਰਕੇ ਇੱਕ ਗੈਲਰੀ 'ਚ ਰੱਖਿਆ ਕਿ ਤੁਹਾਡੇ ਤੱਕ ਪਹੁੰਚ ਨਹੀਂ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਜਾਂ ਪ੍ਰਧਾਨ ਨੇ? ਦੇਖੋ ਜੀ, ਇਹਨਾਂ ਵੱਲੋਂ ਅੱਜ ਤੱਕ ਮੇਰੇ ਤਾਈਂ ਕੋਈ ਪਹੁੰਚ ਨਹੀਂ ਕੀਤੀ ਗਈ। ਚਲੋ ਅਸੀਂ ਨਿਮਾਣੇ ਹੋ ਕੇ ਸਿੱਖ ਬਣ ਕੇ ਕਈ ਵਾਰੀ ਗਏ ਆ ਇਹਨਾਂ ਕੋਲ, ਇਹਨਾਂ ਦੇ ਮੈਨੇਜਰ ਸਾਹਿਬਾਨਾਂ ਨੂੰ ਵੀ ਮਿਲੇ ਆ, ਹੋਰ ਜਿਹੜੇ ਵੱਡੇ ਆਗੂ ਉਹਨਾਂ ਨੂੰ ਵੀ ਮਿਲੇ ਆ, ਇਹਨਾਂ ਦੇ ਪੀਏ ਜਿਹੜੇ ਉਹਨਾਂ ਨੂੰ ਵੀ ਮਿਲੇ ਆ, ਸ਼੍ਰੋਮਣੀ ਕਮੇਟੀ ਦੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਵੀ ਮਿਲੇ ਆ। ਪਰ 3 ਸਾਲ ਪਹਿਲਾਂ ਉਹ ਮਿਲੇ ਸੀਗੇ, 15-20 ਮਿੰਟ ਅੱਧਾ ਘੰਟਾ ਵਾਰਤਾਲਾਪ ਹੋਈ। ਕਹਿੰਦੇ ਤੁਹਾਨੂੰ ਸੱਦਾਂਗੇ, ਕੋਈ ਵੱਡਾ ਪੰਥਕ ਸਮਾਗਮ ਹੋਇਆ ਤੇ ਤੁਹਾਡਾ ਮਾਨ ਸਤਿਕਾਰ ਵੀ ਬਣਦਾ ਕੀਤਾ ਜਾਏਗਾ। 3 ਸਾਲ ਹੋ ਗਏ, ਸ਼ਾਇਦ ਕੋਈ ਸਮਾਗਮ ਹੀ ਨਹੀਂ ਆਇਆ ਇਹਨਾਂ ਦਾ। ਤੇ ਚਲੋ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਨ ਇਹਨਾਂ ਨੂੰ ਸਮੱਤ ਸੋਝੀ ਆਵੇ, ਕਿਉਂਕਿ ਚੰਗੇ ਕਾਰਜ ਕਰਨ ਵਾਲੇ ਇਨਸਾਨ ਨੂੰ ਅਗਰ ਇਹ ਅਪ ਲੈਵਲ 'ਤੇ ਲੈ ਕੇ ਜਾਣਗੇ, ਹਾਈਲਾਈਟ ਕਰਨਗੇ, ਉਹਦੀ ਕੀਤੀ ਹੋਈ ਮਿਹਨਤ ਦਾ ਮੁੱਲ ਪਾਉਣਗੇ, ਤੇ ਸ਼ਾਇਦ ਹੋਰ ਬੱਚੇ ਵੀ ਪ੍ਰੇਰਿਤ ਹੋਣ, ਗੁਰਸਿੱਖੀ ਵੱਲ ਆਉਣ ਜਾਂ ਧਾਰਮਿਕ ਸਥਾਨਾਂ ਦੇ ਮਾਡਲ ਬਣਾਉਣ, ਸਿੱਖ ਇਤਿਹਾਸ ਨਾਲ ਜੁੜਨ ਦੀ ਕੋਸ਼ਿਸ਼ ਕਰਨ। ਲੇਕਿਨ ਅਗਰ ਸਾਡੀ ਪੁੱਛ ਦੱਸ ਨਹੀਂ ਕਰਨਗੇ ਤਾਂ ਸ਼ਾਇਦ ਇਸ ਚੀਜ਼ ਤੋਂ ਫਿਰ ਅਸੀਂ ਵੀ ਵਾਂਝੇ ਰਹਿ ਜਾਵਾਂਗੇ ਤੇ ਆਉਣ ਵਾਲੀ ਨਸਲ ਵੀ ਨਹੀਂ ਜੁੜੇਗੀ ਇਸ ਚੀਜ਼ ਨਾਲ। ਜੀ ਜੀ। ਗੁਰਪ੍ਰੀਤ ਜੀ, ਨਾਮ ਦੇ ਅੱਗੇ ਇੰਟਰਨੈਸ਼ਨਲ ਪੇਪਰ ਆਰਟਿਸਟ ਲੱਗਾ, ਫਿਰ ਵਿਦੇਸ਼ਾਂ 'ਚ ਜਦੋਂ ਜਾਂਦੇ ਜੇ ਉੱਥੋਂ ਵਿਦੇਸ਼ਾਂ ਦੀ ਸੰਗਤ ਵੱਲੋਂ ਕਿਸ ਤਰੀਕੇ ਦਾ ਹੁੰਗਾਰਾ ਮਿਲਦਾ? ਬਿਲਕੁਲ ਜੀ, ਬਹੁਤ ਹੀ ਭਰਵਾਂ ਹੁੰਗਾਰਾ ਮਿਲਦਾ ਹੈ। ਮੈਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਸਿੰਗਾਪੁਰ, ਮਲੇਸ਼ੀਆ, ਇੰਗਲੈਂਡ, ਜਰਮਨੀ, ਫਰਾਂਸ, ਇਟਲੀ, ਕੈਨੇਡਾ, ਕਾਫੀ ਸਾਰੇ ਮੁਲਕਾਂ ਜਦੋਂ ਜਾਈਦਾ, ਕਾਫੀ ਵਾਰੀ ਜਾ ਕੇ ਆਏ ਹਾਂ, ਤੇ ਸੰਗਤਾਂ ਵੱਲੋਂ ਅੱਛਾ ਅਦਬ ਸਤਿਕਾਰ ਪਿਆਰ ਮਿਲਦਾ, ਮਾਨ ਸਤਿਕਾਰ ਵੀ ਦਿੱਤਾ ਜਾਂਦਾ। ਲੇਕਿਨ ਜਿਹੜੀਆਂ ਸਾਡੀਆਂ ਸਿਰਮੌਰ ਸੰਸਥਾਵਾਂ ਨੇ, ਇਹਨਾਂ ਦਾ ਵੀ ਜੋ ਬਣਦਾ ਫਰਜ਼ ਹੈ ਇਹਨਾਂ ਨੂੰ ਅਦਾ ਕਰਨਾ ਚਾਹੀਦਾ ਹੈ। ਤਾਂ ਇਹ ਸੀ ਇੰਟਰਨੈਸ਼ਨਲ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ, ਜਿਨ੍ਹਾਂ ਵੱਲੋਂ ਕਿ ਇੱਕ ਗੈਲਰੀ ਤਿਆਰ ਕੀਤੀ ਗਈ ਤੇ ਉਸ ਦੇ ਵਿੱਚ 10 ਗੁਰੂ ਸਾਹਿਬਾਨਾਂ ਦੇ ਜਨਮ ਅਸਥਾਨ ਤੇ 5 ਤਖਤ ਜਿਹੜੇ ਆ ਬਣਾਏ ਗਏ ਆ। ਤਾਂ ਉੱਥੇ ਹੀ ਉਹਨਾਂ ਦਾ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੇ ਨਾਲ ਥੋੜ੍ਹਾ ਜਿਹਾ ਮਲਾਲ ਜ਼ਰੂਰ ਹੈ ਕਿ ਇੱਕ ਵਾਰੀ ਵੀ ਉਹਨਾਂ ਨੇ ਇਹਨਾਂ ਦੀ ਪਿੱਠ ਨਹੀਂ ਥਪਥਪਾਈ। ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਜਦੋਂ ਜਾਂਦੇ ਆ ਤਾਂ ਵਿਦੇਸ਼ਾਂ 'ਚ ਸੰਗਤ ਜਿਹੜਾ ਬੜਾ ਭਰਵਾਂ ਹੁੰਗਾਰਾ ਦਿੰਦੀ ਹੈ। ਇੱਕ ਸਵਾਲ ਮੇਰਾ ਹੋਰ ਰਹਿ ਗਿਆ ਗੁਰਪ੍ਰੀਤ ਜੀ, ਕਿ ਅਗਰ ਸੰਗਤ ਇਸ ਤਰੀਕੇ ਦਾ ਮਾਡਲ ਤਿਆਰ ਕਰਵਾਉਣਾ ਚਾਹਵੇ ਤਾਂ ਕੀ ਤੁਸੀਂ ਉਹ ਮਾਡਲ ਤਿਆਰ ਕਰ ਦਿੰਦੇ ਜਾਂ ਸਿਰਫ ਮਾਡਲ ਤਿਆਰ ਕਰਕੇ ਤੁਸੀਂ ਗੈਲਰੀ 'ਚ ਹੀ ਰੱਖੇ? ਨਹੀਂ ਜੀ, ਦੇਸ਼ ਵਿਦੇਸ਼ ਦੀਆਂ ਸੰਗਤਾਂ ਕਾਫੀ ਜਿਹੜੀਆਂ ਹੈਗੀਆਂ, ਜਦੋਂ ਵੀ ਕੋਈ ਹੁਕਮ ਲਾਉਂਦੀਆਂ ਨੇ ਮੇਰੇ ਲਈ, ਆਸਟ੍ਰੇਲੀਆ ਦੇ ਮਿਊਜ਼ੀਅਮ ਲਈ, ਇੰਗਲੈਂਡ 'ਚ, ਸਿੰਗਾਪੁਰ 'ਚ, ਮਲੇਸ਼ੀਆ 'ਚ, ਅਮਰੀਕਾ ਦੇ ਵਿੱਚ ਕਾਫੀ ਮੈਂ ਮਾਡਲ ਭੇਜੇ ਆ ਅਜਾਇਬ ਘਰਾਂ ਲਈ ਜਾਂ ਵੱਡੇ ਆਕਾਰ ਦੇ ਜਿਹੜੇ ਨਗਰ ਕੀਰਤਨਾਂ ਦੇ ਲਈ। ਤੇ ਮੇਰਾ ਮੈਂ ਨੰਬਰ ਵੀ ਦੱਸ ਦਿੰਦਾ, 98 883 42 384। ਤੇ ਇਸ ਨੰਬਰ 'ਤੇ ਸੰਪਰਕ ਕਰਕੇ ਕਿਤੇ ਵੀ ਦੁਨੀਆ ਦੇ ਦੇਸ਼ ਦੁਨੀਆ ਦੇ ਵਿੱਚ ਕੋਈ ਵੀ ਤਰ੍ਹਾਂ ਦਾ ਮਾਡਲ, ਚਾਹੇ ਉਹ ਨਵੀਂ ਬਣਦੀ ਇਮਾਰਤ ਦਾ ਹੋਵੇ, ਚਾਹੇ ਗੁਰਦੁਆਰਾ ਸਾਹਿਬ ਦਾ ਹੋਵੇ, ਮੇਰੇ ਤੋਂ ਸੰਪਰਕ ਕਰਕੇ ਤੁਸੀਂ ਬਣਵਾ ਸਕਦੇ ਹੋ। ਤਾਂ ਇਹ ਸੀ ਗੁਰਪ੍ਰੀਤ ਸਿੰਘ, ਜਿਨ੍ਹਾਂ ਦਾ ਕਹਿਣਾ ਹੈ ਕਿ ਅਗਰ ਜੋ ਸੰਗਤ ਵੀਡੀਓ ਦੇਖ ਰਹੀ ਹੈ, ਅਗਰ ਉਹ ਵੀ ਕਿਸੇ ਗੁਰਦੁਆਰਾ ਸਾਹਿਬ ਦਾ ਮਾਡਲ ਤਿਆਰ ਕਰਵਾਉਣਾ ਚਾਹੁੰਦੀ ਤਾਂ ਉਹ ਵੀ ਗੁਰਪ੍ਰੀਤ ਸਿੰਘ ਨਾਲ ਸੰਪਰਕ ਕਰਕੇ ਮਾਡਲ ਤਿਆਰ ਕਰਵਾ ਸਕਦੇ ਆ। ਤਾਂ ਉੱਥੇ ਉਹਨਾਂ ਨੇ ਵਿਦੇਸ਼ਾਂ ਵਿੱਚ ਬੈਠੀ ਸੰਗਤ ਦਾ ਵੀ ਧੰਨਵਾਦ ਕੀਤਾ, ਜਿਹੜੇ ਭਰਵਾਂ ਹੁੰਗਾਰਾ ਦਿੰਦੇ ਆ। ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਲਾਲ ਜਿਹੜਾ ਜ਼ਰੂਰ ਇਹਨਾਂ ਦਾ ਨਜ਼ਰ ਆਉਂਦਾ ਦਿਖਾਈ ਦਿੱਤਾ। ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ, ਸੁਰਖਾਬ TV, ਅੰਮ੍ਰਿਤਸਰ।